ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਬਿਜ਼ਨਸ ਵਰਲਡ ਦੇ ਵਿੱਚ। ਅੱਜ ਸਾਡੇ ਨਾਲ ਸਕਾਈਪ ਦੇ ਜ਼ਰੀਏ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਡਾਕਟਰ ਰਾਜੀਵ ਖੋਸਲਾ ਜੀ। ਐਕਸਪਰਟ ਇਕੋਨੋਮਿਸਟ, ਪੇਸ਼ੇ ਵਜੋਂ ਲੈਕਚਰਰ ਨੇ, ਪ੍ਰੋਫੈਸਰ ਨੇ ਇੱਕ ਯੂਨੀਵਰਸਿਟੀ ਦੇ ਵਿੱਚ। ਸੋ ਬਹੁਤ ਜ਼ਿਆਦਾ ਰਿਸਰਚ ਹੈ ਉਹਨਾਂ ਦੀ ਇਕਨੋਮਿਕ ਸਬਜੈਕਟਸ ਦੇ ਉੱਤੇ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਬੈਂਕਿੰਗ ਸਿਸਟਮ ਬਾਰੇ। ਵੈਲਕਮ ਟੂ ਦ ਸ਼ੋ ਸਰ। ਥੈਂਕ ਯੂ ਵੈਰੀ ਮਚ ਸਰ, ਥੈਂਕਸ ਅ ਲਾਟ। ਰਾਜੀਵ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਤੁਸੀਂ ਇਹ ਸਮਝਾਓ ਕਿ ਇਹ ਬੈਂਕ ਕੀ ਹੁੰਦਾ ਹੈ। ਸਰ, ਬੈਂਕ ਜਿਹੜੀ ਹੈ ਇੱਕ ਇਸ ਤਰ੍ਹਾਂ ਦੀ ਸੰਸਥਾ ਹੈ ਜਿਹਦਾ ਕੰਮ ਹੈ ਸਾਡੇ ਜਿਹੜੇ ਛੋਟੀਆਂ ਡਿਪੋਜ਼ਿਟਸ ਨੇ, ਸਾਡੀਆਂ ਜਿਹੜੀਆਂ ਛੋਟੀਆਂ ਬਚਤਾਂ ਨੇ, ਉਹਨਾਂ ਨੂੰ ਅਸੈਪਟ ਕਰਨਾ। ਉਹ ਇੱਕ ਜ਼ਰੀਆ ਨੇ ਜਿਹਦੇ ਨਾਲ ਸਾਡੀਆਂ ਬਚਤਾਂ ਜਿਹੜੀਆਂ ਨੇ ਉਹ ਚੈਨਲਾਈਜ਼ ਹੁੰਦੀਆਂ। ਜਿਹੜੇ ਲੋਕ ਵੱਡੇ ਨਿਵੇਸ਼ਕ ਨੇ ਉਹ ਬੈਂਕ ਤੋਂ ਕਰਜ਼ਾ ਲੈ ਕੇ ਸਾਡੀਆਂ ਛੋਟੀਆਂ ਬਚਤਾਂ ਨੂੰ ਨਿਵੇਸ਼ ਕਰਦੇ ਨੇ, ਤੇ ਜਦੋਂ ਉਹ ਕਰਜ਼ਾ ਮੋੜਦੇ ਨੇ ਤਾਂ ਬੈਂਕ ਸਾਨੂੰ ਉਹਦੇ ਸਿਰ ਤੇ ਵਿਆਜ ਦਿੰਦਾ ਹੈ। ਸੋ ਬੈਂਕ ਇੱਕ ਇਸ ਤਰ੍ਹਾਂ ਦਾ ਜ਼ਰੀਆ ਹੈ ਜਿਹੜਾ ਕਿ ਸਾਡੇ ਤੋਂ ਪੈਸਾ ਅਰਜਿਤ ਕਰਦਾ, ਛੋਟੀਆਂ ਬਚਤਾਂ ਲੈਂਦਾ। ਸਾਨੂੰ ਉਹਦੇ ਬੈਂਕ ਜਿਹੜਾ ਹੈ ਉਹ ਵਿਆਜ ਦਿੰਦਾ ਹੈ। ਇੱਕ ਛੋਟੇ ਬਚਤ ਦੇ ਉੱਤੇ ਸਾਨੂੰ ਵਿਆਜ ਮਿਲਦਾ ਹੈ। ਉਸ ਦੇ ਨਾਲ ਹੀ ਜਿਹੜੇ ਲੋਕਾਂ ਨੇ ਨਿਵੇਸ਼ ਕਰਨਾ ਉਹਨਾਂ ਨੂੰ ਫੰਡਸ ਪ੍ਰੋਵਾਈਡ ਕਰਦਾ। ਉਹਨਾਂ ਤੋਂ ਜਿਹੜਾ ਪੈਸਾ ਲੈਂਦਾ ਹੈ ਬੈਂਕ ਦੀ, ਉਹ ਇਨਕਮ ਹੋ ਜਾਂਦੀ ਹੈ। ਕਿਉਂਕਿ ਜਨਰਲੀ ਇਹ ਦੇਖਿਆ ਜਾਂਦਾ ਹੈ ਕਿ ਬੈਂਕ ਜਿਹੜਾ ਹੈ ਨਿਵੇਸ਼ਕਾਂ ਨੂੰ ਲੋਨ ਜ਼ਿਆਦਾ ਰੇਟ ਤੇ ਦਿੰਦਾ। ਮੰਨ ਲਈਏ ਆਪਾਂ ਕਿ 10% ਵਿਆਜ ਦੇ ਰਿਹਾ ਹੈ ਨਿਵੇਸ਼ਕ ਨੂੰ ਜੀ। ਹੁਣ ਉਹਦੇ ਔਰ ਜਿਹੜਾ ਸਾਡੇ ਡਿਪੋਜ਼ਿਟਰਸ ਨੇ, ਜੋ ਅਸੀਂ ਪੈਸਾ ਆਪਣੀਆਂ ਬਚਤਾਂ ਬੈਂਕ ਦੇ ਵਿੱਚ ਲਾਈਆਂ ਨੇ, ਉਹਦੇ ਤੇ ਸਾਨੂੰ 5% ਵਿਆਜ ਮਿਲਦਾ। ਤਾਂ ਜਿਹੜਾ ਵਿਚਲਾ 5% ਹੈ ਬੈਂਕ ਆਪਣੇ ਕੋਲ ਰੱਖਦਾ ਹੈ। ਸੋ ਇੱਕ ਬੈਂਕ ਜ਼ਰੀਆ ਜਿਹਦੇ ਨਾਲ ਇਨਵੈਸਟਮੈਂਟ ਹੁੰਦੀ ਹੈ, ਜਿਹਦੇ ਨਾਲ ਨਿਵੇਸ਼ਕ ਜਿਹੜੇ ਆ ਉਹਨਾਂ ਦਾ ਪੈਸਾ ਜਿਹੜਾ ਹੈ ਚੈਨਲਾਈਜ਼ ਹੁੰਦਾ, ਸਿਕਿਉਰ ਹੁੰਦਾ। ਔਰ ਤੀਸਰਾ ਜਿਹੜਾ ਹੈ ਬੈਂਕ ਨੌਕਰੀਆਂ ਪ੍ਰੋਵਾਈਡ ਕਰਦਾ ਜਿਹੜੇ ਬੈਂਕਿੰਗ ਖੇਤਰ ਦੇ ਲੋਕ ਨੇ। ਓਕੇ, ਸੋ ਕਈ ਲੋਕ ਸੋਚਦੇ ਨੇ ਕਿ ਬੈਂਕਿੰਗ ਸਿਸਟਮ ਸੇਫ ਨਹੀਂ ਹੈ। ਇਜ਼ ਇਟ ਰਾਈਟ ਸਰ? ਦੇਖੋ, ਇਹਦੇ ਬਾਰੇ ਸਰ ਕਈ ਥਿਊਰੀਜ਼ ਹੁਣ ਆਂਦੀਆਂ ਪਈਆਂ ਨੇ ਕਿ ਬੈਂਕਸ ਸੇਫ ਹੈ ਜਾਂ ਨਹੀਂ ਹੈ। ਜੀ। ਬੈਂਕਸ ਐਜ਼ ਆਫ ਨਾਓ ਬੈਂਕ ਸੇਫ ਸੀਗੇ। ਮੈਂ ਪਾਸਟ ਦੇ ਵਿੱਚ ਥੋੜਾ ਜਿਹਾ ਚਲਾ ਗਿਆ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਬੈਂਕਸ ਓਨੇ ਸੇਫ ਨਹੀਂ ਆ। ਪਾਰਟਿਕੂਲਰਲੀ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਸਾਡੇ ਸਾਹਮਣੇ 3 ਬੈਂਕਸ ਜਿਹੜੇ ਨੇ ਪਿਛਲੇ ਛੋਟੇ ਇੱਕ ਵਕਫੇ ਦੇ ਵਿੱਚ 3 ਬੈਂਕਸ ਫੇਲ ਹੋ ਗਏ। ਚਾਹੇ ਉਹ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਸੀਗਾ, ਜਾਂ ਦੂਸਰਾ ਜਿਹੜਾ ਸੀਗਾ ਇਟ ਵਾਜ਼ ਦਾ ਯੈਸ ਬੈਂਕ, ਜਾਂ ਤੀਸਰਾ ਇੱਕ ਬੈਂਕ ਸੀਗਾ ਲక్ష్ਮੀ ਵਿਲਾਸ ਬੈਂਕ। ਤਾਂ ਲੋਕਾਂ ਦਾ ਜ਼ਰੂਰ ਕੌਨਫੀਡੈਂਸ ਕਿਤੇ ਨਾ ਕਿਤੇ ਬੈਂਕਸ ਦੇ ਉੱਤੇ ਘਟਿਆ ਹੈ। ਏਦਾਂ ਲੱਗਦਾ ਵੀ ਬੈਂਕਸ ਜਿਹੜੇ ਨੇ ਉਹ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੇ। ਸੋ ਵਰਲਡ ਲੈਵਲ ਦੇ ਉੱਤੇ ਵੀ ਮੰਦੀ ਆਈ ਸੀ, ਉਦੋਂ ਵੀ ਬੈਂਕ ਫੇਲ ਹੋਇਆ ਸੀ ਕੁਝ ਸਮਾਂ ਪਹਿਲਾਂ। ਬਿਲਕੁਲ ਠੀਕ ਹੈ ਜੀ। 2008 ਦੀ ਤੁਸੀਂ ਗੱਲ ਕਰ ਰਹੇ ਹੋ, ਜੇ ਮੈਂ ਇਹਨੂੰ ਠੀਕ ਸਮਝ ਰਿਹਾ ਤਾਂ 2007-8 ਦੇ ਵਿੱਚ ਜਿਹੜੇ ਅਮਰੀਕਨ ਬੈਂਕ ਸੀਗੇ ਜ਼ਰੂਰ ਫੇਲ ਹੋਏ ਸੀ। ਲੇਮਨ, ਫੈਨੀਮਾ, ਫਰੈਡੀਮਾਕ, ਲੇਮਨ ਬ੍ਰਦਰਸ, ਬਹੁਤ ਵੱਡੇ ਇੰਸਟੀਟਿਊਸ਼ਨ ਸੀਗੇ ਅਲੋਂਗ ਵਿਦ ਦਾ ਬੈਂਕਸ ਜਿਹੜੇ ਫੇਲ ਹੋਏ ਸੀ। ਉਹਦਾ ਕਾਰਨ ਇਹੀ ਸੀਗਾ ਸਰ, ਜਦੋਂ ਅਸੀਂ ਉਹਨਾਂ ਦੀ ਡਿਟੇਲ ਦੇ ਵਿੱਚ ਦੇਖਦੇ ਨਾ ਵੀ ਉਹਨਾਂ ਦਾ ਕਾਰਨ ਕੀ ਸੀ, ਕਿਉਂ ਬੈਂਕਸ ਫੇਲ ਹੋਏ, ਤਾਂ ਉਹ ਪਾਲਿਸੀ ਮੈਟਰ ਜਿਹੜਾ ਸੀਗਾ, ਜਿਹੜੀਆਂ ਪਾਲਿਸੀਜ਼ ਸੀਗੀਆਂ ਇਦਾਂ ਦੀਆਂ ਬਣੀਆਂ। ਐਂਡ ਦੇयर ਇਜ਼ ਅ ਗ੍ਰੇਟ ਰਿਜ਼ੈਂਬਲੈਂਸ। ਜਦੋਂ ਅਸੀਂ ਹਿੰਦੁਸਤਾਨ ਦੇ ਵਿੱਚ ਅੱਜ ਦੇਖਦੇ ਹਾਂ ਵੀ ਸਾਡੇ ਵੀ ਬੈਂਕ ਜਿਹੜੇ ਨੇ ਉਹਨਾਂ ਨੂੰ ਝਟਕੇ ਲੱਗ ਰਹੇ ਆ, ਤਾਂ ਸਾਨੂੰ ਇੱਕ ਬੜੀ ਰਿਜ਼ੈਂਬਲੈਂਸ ਮਿਲਦੀ ਹੈ, ਉਹਨਾਂ ਦੇ ਵਿੱਚ ਬੜੀ ਸਿਮਿਲੈਰਿਟੀ ਦੇਖਣ ਨੂੰ ਮਿਲਦੀ ਹੈ। ਕਿਉਂਕਿ ਉਹ ਵੀ ਬੈਂਕ ਜਿਹੜੇ ਸੀ ਉਹਨਾਂ ਨੇ ਬਿਨਾਂ ਕਾਗਜ਼ ਪੱਤਰ ਪੂਰੇ ਕੀਤੇ ਲੋਕਾਂ ਨੂੰ ਮਕਾਨ ਬਣਾਉਣ ਦੇ ਲਈ ਜਾਂ ਹੋਰ ਆਪਣੇ ਕੰਮਕਾਜ ਸ਼ੁਰੂ ਕਰਨ ਦੇ ਲਈ ਪੈਸਾ ਪ੍ਰੋਵਾਈਡ ਕਰਤਾ ਸੀ, ਪੈਸਾ ਮੁਹੱਈਆ ਕਰਤਾ ਸੀ। ਸੇਮ ਚੀਜ਼ ਜਿਹੜੀ ਹੈ ਜਦੋਂ ਅਸੀਂ ਹਿੰਦੁਸਤਾਨ ਦੇ ਵਿੱਚ ਦੇਖਦੇ ਹਾਂ ਤਾਂ ਸਾਡੇ ਬੈਂਕਾਂ ਨੇ ਵੀ, ਜਦੋਂ ਅਸੀਂ ਖਾਸ ਕਰਕੇ ਇਹਨਾਂ 3 ਬੈਂਕਾਂ ਨੂੰ ਦੇਖਦੇ ਹਾਂ ਜਿਹੜੇ ਫੇਲ ਹੋਏ ਆ, ਚਾਹੇ ਉਹ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਹੈ ਜਿਹਨੇ ਕਿ HDIL ਹਾਊਸਿੰਗ ਡਿਵੈਲਪਮੈਂਟ ਇੰਫਰਾਸਟਰਕਚਰ ਲਿਮਿਟਿਡ ਨੂੰ 6,500 ਕਰੋੜ ਦਾ ਲੋਨ ਪ੍ਰੋਵਾਈਡ ਕੀਤਾ। ਦੂਜਾ ਜਿਹੜਾ ਬੈਂਕ ਸੀਗਾ ਯੈਸ ਬੈਂਕ, ਉਹਨੇ
ਜੈਟ 에ਅਰਵੇਜ਼, ਕਾਕਸ ਐਂਡ ਕਿੰਗਸ, ਕੈਫੇ ਕਾਫੀ ਡੇ, ਇਦਾਂ ਦੇ ਜਿਹੜੇ ਅਦਾਰੇ ਸੀਗੇ ਜਿਨ੍ਹਾਂ ਨੂੰ ਹੋਰ ਬੈਂਕ ਜਿਹੜੇ ਨੇ, ਸਟੈਂਡਰਡ ਬੈਂਕ ਜਿਹੜੇ ਆ ਪੈਸਾ ਨਹੀਂ ਦੇ ਰਹੇ ਸੀ, ਇਹਨਾਂ ਨੂੰ ਉਹਨਾਂ ਨੇ ਬੈਂਕ ਨੇ ਪੈਸਾ ਪ੍ਰੋਵਾਈਡ ਕੀਤਾ। 4300 ਕਰੋੜ ਰੁਪਈਆ ਇਹਨਾਂ ਅਦਾਰਿਆਂ ਨੂੰ ਯੈਸ ਬੈਂਕ ਨੇ ਪ੍ਰੋਵਾਈਡ ਕੀਤਾ। ਰਾਈਟ। ਤੀਸਰੀ ਜਿਹੜੀ ਗੱਲ ਹੈ ਵੀ ਜਿਹੜਾ ਲక్ష్ਮੀ ਵਿਲਾਸ ਬੈਂਕ ਹੈ ਉਹਨੇ ਰੈਨਬੈਕਸੀ ਔਰ ਫੋਰਟਿਸ ਨੂੰ 800 ਕਰੋੜ ਰੁਪਈਆ ਪ੍ਰੋਵਾਈਡ ਕੀਤਾ। ਦੋਨੋਂ ਸਿੰਘ ਬ੍ਰਦਰਸ ਜਿਹੜੇ ਸੀਗੇ ਉਹਨਾਂ ਨੂੰ 800 ਕਰੋੜ ਰੁਪਈਆ ਦਾ। ਤਾਂ ਉਹ ਕਿਤੇ ਨਾ ਕਿਤੇ ਇੱਕ ਸਿਮਿਲੈਰਿਟੀ ਬਣਦੀ ਹੈ ਵੀ ਉਹਨਾਂ ਨੇ ਜਿਹੜੇ ਅਮਰੀਕਾ ਵਾਲੇ ਸੀ ਉਹਨਾਂ ਨੇ ਬਲੈਕ ਪੋਪੂਲੇਸ਼ਨ ਜਿਹੜੀ ਹੈ ਉਹਨਾਂ ਨੂੰ ਬਗੈਰ ਕਾਗਜ਼ ਪੂਰੇ ਕੀਤੇ ਲੋਨ ਦਿੱਤੇ, ਤੇ ਸਾਡੇ ਜਿਹੜੇ ਹੈਗੇ ਨੇ ਇਦਾਂ ਦੀਆਂ ਕੰਪਨੀਆਂ ਨੂੰ ਲੋਨ ਦਿੱਤੇ ਗਏ ਜਿਹੜੀਆਂ ਡਿਜ਼ਰਵ ਨਹੀਂ ਸੀ ਕਰ ਰਹੀਆਂ, ਫ੍ਰੈਜਾਈਲ ਸੀਗੀਆਂ ਕੰਪਨੀਆਂ ਜਿਹੜੀਆਂ ਸੀਗੀਆਂ, ਉਹ ਝਟਕੇ ਲੱਗ ਰਹੇ ਸੀਗੇ ਉਹਨਾਂ ਨੂੰ। ਜੀ ਜੀ। ਸੋ ਕਿਉਂ ਦਿੰਦੇ ਨੇ ਫਿਰ ਲੋਨ? ਜਿਹੜੇ ਕਾਰਨ ਬਣਦੇ ਨੇ ਬੈਂਕ ਦੇ ਡੁੱਬਣ ਦਾ, ਬੈਂਕ ਦੇ ਫੇਲ ਹੋਣ ਦਾ, ਕਿ ਉਹ ਬੈਂਕਿੰਗ ਸਿਸਟਮ ਨੂੰ ਇੰਨੀ ਨੌਲੇਜ ਨਹੀਂ ਹੈ, ਇਹਨਾਂ ਦੇ ਜਿਹੜੇ ਵੱਡੀਆਂ ਵੱਡੀਆਂ ਅਥਾਰਟੀਜ਼ ਨੇ ਉਹਨਾਂ ਨੂੰ ਇੰਨੀ ਅੰਡਰਸਟੈਂਡਿੰਗ ਨਹੀਂ ਹੈ, ਇੰਨੇ ਇੰਟੈਲੀਜੈਂਟ ਨਹੀਂ ਹੈਗੇ ਕਿ ਉਹ ਇਹ ਸਾਰੇ ਹਾਲਾਤ ਜਾਂਚ ਕੇ ਫਿਰ ਲੋਨ ਦੇਣ? ਨਹੀਂ, ਇਦਾਂ ਦੀ ਗੱਲ ਨਹੀਂ ਹੈ ਜੀ ਕਿ ਬੈਂਕਸ ਅਥਾਰਟੀਜ਼ ਨੂੰ ਪਤਾ ਨਹੀਂ ਹੈ ਜਾਂ ਉਹ ਅੱਖਾਂ ਮੀਟੀ ਬੈਠੇ ਆ। ਜ਼ਰੂਰ ਕਿਤੇ ਨਾ ਕਿਤੇ ਕੋਈ ਦਾਲ ਦੇ ਵਿੱਚ ਕਾਲਾ ਹੋਏਗਾ। ਮੈਂ ਉਹ ਪੋਲੀਟੀਕਲ ਗੱਲ ਤਾਂ ਨਹੀਂ ਕਰ ਸਕਦਾ ਹੈਗਾ, ਜਾਂ ਨਾ ਮੈਨੂੰ ਉਹਦੇ ਬਾਰੇ ਬਹੁਤੀ ਜਾਣਕਾਰੀ ਹੈ। ਪਰ ਜੇ ਆਪਾਂ ਇਦਾਂ ਦੇਖੀਏ ਨਾ ਵੀ ਬੈਂਕਸ ਜਿਹੜੇ ਨੇ, ਜਦੋਂ ਹੁਣ ਇੰਨੀ ਗੱਲ ਆਉਂਦੀ ਵੀ ਨਾਨ ਪਰਫਾਰਮਿੰਗ ਐਸੈਟਸ ਕਿਉਂ ਬਣੇ, ਬੈਂਕ ਕਿਉਂ ਗਿਰ ਰਹੇ ਆ, ਕਿਉਂ ਪ੍ਰਧਾਨ ਮੰਤਰੀ ਜੀ ਨੂੰ ਆ ਕੇ ਕਹਿਣਾ ਪਿਆ ਵੀ ਹੁਣ ਸਾਡੇ ਬੈਂਕ ਸੇਫ ਹੋ ਗਏ ਆ, 5 ਲੱਖ ਰੁਪਏ ਤੱਕ ਦਾ ਤੁਹਾਡਾ ਜਿਹੜਾ ਅਮਾਊਂਟ ਹੈ ਵਿੱਚ ਸੇਫ ਹੈਗਾ ਬੈਂਕਾਂ ਦੇ। ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਤਾਂ ਸਾਨੂੰ ਇਹਦੀ ਹਿਸਟਰੀ ਦੀ ਪੜਤਾਲ ਕਰਨ ਦੀ ਲੋੜ ਹੈ ਵੀ ਆਖਿਰ ਬੈਂਕਸ ਜਿਹੜੇ ਨੇ ਉਹਨਾਂ ਦੇ ਨਾਨ ਪਰਫਾਰਮਿੰਗ ਐਸੈਟ ਬਣੇ ਕਿਉਂ, ਇਦਾਂ ਕਿਉਂ ਹੋ ਰਿਹਾ ਕਿ ਬੈਂਕਾਂ ਦੇ ਵਿੱਚ ਜਿਹੜੇ ਕਰਜ਼ੇ ਬੈਂਕਾਂ ਨੇ ਦਿੱਤੇ ਸੀ ਉਹ ਮੁੜ ਨਹੀਂ ਰਹੇ। ਜਿਹੜਾ ਤੁਹਾਡਾ ਸਵਾਲ ਹੈ ਮੈਂ ਉਹਨੂੰ ਥੋੜਾ ਜਿਹਾ ਇਸ ਤਰੀਕੇ ਦੇ ਨਾਲ ਐਡਰੈਸ ਕਰਨਾ ਚਾਹੁੰਦਾ ਹਾਂ ਕਿ ਬੈਂਕਸ ਜਿਹੜੇ ਨੇ ਉਹਨਾਂ ਦੀ ਸਮੱਸਿਆ ਕਿੱਥੇ ਹੈ। ਲੋਨਸ ਕਿਆ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਲੋਨ ਦੇ ਰਹੇ? ਨਹੀਂ, ਇਦਾਂ ਦੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਨਹੀਂ ਪਤਾ, ਪਤਾ ਸਭ ਕੁਝ ਪਤਾ, ਸਭ ਨੂੰ ਸਭ ਕੁਝ ਪਤਾ। ਸਾਡੇ ਤੋਂ ਬਹੁਤ ਪੜ੍ਹੇ ਲਿਖੇ ਲੋਕ, ਬਹੁਤ ਹੀ ਸੂਝਵਾਨ ਲੋਕ ਜਿਹੜੇ ਨੇ, ਬਹੁਤ ਹੀ ਬੁੱਧੀਜੀਵੀ ਲੋਕ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਵਿਰਾਜਮਾਨ ਨੇ, ਉਹਨਾਂ ਨੂੰ ਸਭ ਪਤਾ। ਤੇ ਹੁਣ ਗੱਲ ਏਦਾਂ ਆਉਂਦੀ ਹੈ ਵੀ ਜਦੋਂ ਅਸੀਂ ਬੈਂਕਾਂ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਲਈਏ ਤਾਂ ਜਦੋਂ 1990s ਦੇ ਵਿੱਚ ਅਸੀਂ ਆਪਣੀ ਅਰਥ ਵਿਵਸਥਾ ਨੂੰ ਖੋਲਣਾ ਸ਼ੁਰੂ ਕੀਤਾ ਬਈ ਅਸੀਂ ਜਿਹੜਾ ਹੈ ਇੱਕ ਓਪਨਡ ਇਕਨੋਮੀ ਬਣ ਗਏ ਹੈ ਇੰਸਟੈਡ ਆਫ ਅ ਕਲੋਜ਼ਡ ਇਕਨੋਮੀ। ਜਿਹੜੀ ਸਾਡਾ ਪਹਿਲਾਂ ਕਲੋਜ਼ਡ ਮਾਡਲ ਸੀ, ਅਸੀਂ ਬਾਹਰਲੇ ਮੁਲਕਾਂ ਦੇ ਨਾਲ ਬਹੁਤਾ ਜ਼ਿਆਦਾ ਨਹੀਂ ਸੀ ਲੈਣ ਦੇਣ ਰੱਖਿਆ ਹੋਇਆ, ਅਸੀਂ ਓਪਨ ਇਕਨੋਮੀ ਬਣ ਗਏ। ਉਸ ਵੇਲੇ ਇੱਕ ਬੜੀ ਹੀ ਵਿਚਿੱਤਰ ਜਿਹੀ ਘਟਨਾ ਹੋਈ। ਉਹ ਇਦਾਂ ਸੀਗਾ ਜੀ ਵੀ ਜਿਹੜੇ ਸਾਡੇ ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਸੀਗੇ, ਕਿਉਂਕਿ ਬੈਂਕਸ ਉਸ ਵੇਲੇ ਤੱਕ, ਜੇ ਅਸੀਂ 1979 ਤੋਂ ਜਦੋਂ ਤੋਂ ਬੈਂਕਸ ਜਿਹੜੇ ਆ ਮੈਡਮ ਇੰਦਰਾ ਗਾਂਧੀ ਨੇ ਜਦੋਂ ਉਹਨਾਂ ਨੂੰ ਨੈਸ਼ਨਲਾਈਜ਼ ਕੀਤਾ, ਉਸ ਤੋਂ ਬਾਅਦ ਜੇ 93 ਤੱਕ ਦੇਖਦੇ ਆ ਤਾਂ ਬੈਂਕਸ ਕੀ ਸੀਗੇ ਵੀ ਛੋਟੇ ਲੋਨ ਦਿੰਦੇ ਸੀ, ਛੋਟੀ ਅਵਧੀ ਦੇ ਲੋਨ ਦਿੰਦੇ ਸੀ। ਵੱਡੇ ਲੋਨਸ ਜਿਹੜੇ ਸੀ ਉਹ ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦਿੰਦੇ ਸੀ, ਚਾਹੇ ਉਹ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਸੀਗਾ, IDBI, IFCI, ICICI, ਫਾਈਨੈਂਸ਼ੀਅਲ ਕਾਰਪੋਰੇਸ਼ਨ, ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨ, ਡਿਵੈਲਪਮੈਂਟ ਫਾਈਨੈਂਸ਼ੀਅਲ ਕਾਰਪੋਰੇਸ਼ਨ, ਇਹ ਜਿਹੜੀਆਂ ਨੇ ਨਾ ਜੀ, ਇਹ ਅਦਾਰੇ ਸੀਗੇ ਜਿਹੜੇ ਲੌਂਗ ਰਨ ਦੇ ਲੋਨ ਦਿੰਦੇ ਸੀ। ਜਦੋਂ ਅਸੀਂ ਇੱਕਦਮ ਬੈਂਕਾਂ ਨੂੰ ਧੱਕਤਾ ਨਹੀਂ ਜੀ ਵੀ ਤੁਸੀਂ ਦੇਣੇ ਆ, ਇਹਨਾਂ ਨੂੰ ਤਾਂ ਅਸੀਂ ਪ੍ਰਾਈਵੇਟਾਈਜ਼ ਕਰ ਰਹੇ ਹਾਂ, ਤਾਂ ਹੁਣ ਬੈਂਕਸ ਜਿਹੜੇ ਨੇ ਉਹ ਲੌਂਗ ਟਰਮ ਦੇ ਲੋਨ ਦੇਣਗੇ 10 ਸਾਲ ਦਾ। ਹੁਣ ਬੈਂਕ ਨੂੰ ਜਿਹੜੇ ਤੁਸੀਂ ਇੱਕ ਪਲੇਅਰ ਜਿਹੜਾ ਹੈਗਾ, ਆਪਾਂ ਕ੍ਰਿਕਟ ਦੇਖਦੇ ਹਾਂ, ਜਿਹੜਾ ਪਲੇਅਰ T20 ਦਾ ਪਲੇਅਰ ਉਹਨੂੰ ਟੈਸਟ ਦੇ ਵਿੱਚ ਉਤਾਰ ਦੋਗੇ। ਹੁਣ ਬੈਂਕਸ ਦਾ ਹਾਲ ਉਹ T20 ਪਲੇਅਰ ਵਾਲਾ ਸੀ, ਕਿਉਂਕਿ ਇਹ ਛੋਟੇ ਲੈਵਲ ਦੇ ਲੋਨਸ ਦੇਣਾ ਜਾਣਦੇ ਸੀਗੇ। ਜਿਹੜੇ ਵੱਡੇ ਲੈਵਲ ਦੇ ਲੋਨ ਸੀਗੇ ਉਹ ਇਹਨਾਂ ਨੂੰ ਫਿਜ਼ੀਬਿਲਿਟੀਜ਼ ਦੇ ਬਾਰੇ ਨਹੀਂ ਗਿਆਨ ਸੀਗਾ, ਜਾਂ ਹਜੇ ਇਹਨਾਂ ਨੇ ਉਹਨਾਂ ਨੂੰ ਜਿਹੜੀ ਇਹਦੇ ਵਿੱਚ ਹਿੰਦੀ ਦਾ ਇੱਕ ਵਰਡ ਹੈ ਪਰਿਪੱਕਵਤਾ, ਮੈਚਿਓਰਿਟੀ ਜਿਹੜੀ ਹੈ ਉਹ ਹਜੇ ਆਉਣੀ ਸੀ। ਬੈਂਕਾਂ ਨੂੰ ਇਹ ਤਾਂ ਜਾਂਚ ਦਿੰਦੇ ਵੀ ਹਾਂ ਇਸ ਤਰੀਕੇ ਨਾਲ ਅਸੀਂ ਬਗੈਰ ਸੋਚਿਆ ਸਮਝਿਆ ਬੈਂਕਾਂ ਨੂੰ ਧੱਕਤਾ ਵੀ ਨਹੀਂ ਜੀ ਤੁਸੀਂ ਹੁਣ ਕਰਜ਼ੇ ਦੇਣੇ ਆ, ਵੱਡੇ ਲੈਵਲ ਦੇ ਵੀ ਦੇਣੇ। ਤਾਂ ਉੱਥੇ ਜਿਹੜੇ ਕਾਰਪੋਰੇਟ ਦਾ ਕਿਤੇ ਨਾ ਕਿਤੇ ਮਿਸਮੈਨੇਜ ਹੋ ਗਿਆ ਸਾਡੇ ਤੋਂ, ਜਿਹਦੇ ਕਰਕੇ ਜਿੰਨੀ ਜੋ ਬੈਂਕਸ ਦੇ ਗਏ ਲੋਨ ਉਹਨਾਂ ਉਹ ਡਿਜ਼ਰਵ ਨਹੀਂ ਸੀ ਕਰਦੇ। ਤਾਂ ਉਹ ਅਲਟੀਮੇਟਲੀ ਉਹ ਰੋਂਗ ਰਿਪੋਰਟਸ ਜਿਹੜੀਆਂ ਨੇ ਸੀ, ਰੋਂਗ ਪ੍ਰੋਜੈਕਸ਼ਨਸ ਦੇ ਕਾਰਨ ਸਾਡੀ ਜਿਹੜੀਆਂ ਨਾਨ ਪਰਫਾਰਮਿੰਗ ਐਸੈਟਸ ਜਿਹੜੇ ਆ ਵਧਨੇ ਸ਼ੁਰੂ ਹੋ ਗਏ।
ਦੂਜਾ ਜਿਹੜਾ ਕਾਰਨ ਇਹਦਾ ਇਹ ਹੋਇਆ ਕਿ ਜਿਹੜਾ ਜਿਹੜਾ ਸਾਡਾ ਪੈਸਾ ਹੈ, ਜਿਹੜਾ ਅਸੀਂ ਬੈਂਕਾਂ ਦੇ ਵਿੱਚ ਲਾਉਨੇ ਆ, ਉਹ ਕਿਤੇ ਨਾ ਕਿਤੇ ਥੋੜਾ ਜਿੱਦਾਂ ਜਨ ਧਨ ਯੋਜਨਾ ਦਾ ਆਪਾਂ ਗੱਲ ਕਰ ਲਈਏ, ਵੀ ਛੋਟਾ ਪੈਸਾ ਜਿਹੜਾ ਅਸੀਂ ਥੋੜਾ ਪੈਸਾ ਬੈਂਕਾਂ ਨੂੰ ਇਕੱਠਾ ਕੀਤਾ, ਉਹਨਾਂ ਨੇ ਚੱਕ ਕੇ ਕੁਝ ਬੈਂਕਾਂ ਨੇ, ਜਿਨ੍ਹਾਂ ਦਾ ਆਪਾਂ ਪਹਿਲਾਂ ਜ਼ਿਕਰ ਵੀ ਕੀਤਾ, ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਜੀ ਬੈਂਕ ਜੀ ਜਾਂ ਯੈਸ ਬੈਂਕ, ਇਹਨਾਂ ਨੇ ਲక్ష్ਮੀ ਵਿਲਾਸ ਬੈਂਕ, ਇਹਨਾਂ ਨੇ ਉਹ ਪੈਸਾ ਚੱਕ ਕੇ ਕੁਝ ਇਦਾਂ ਦੇ ਅਦਾਰਿਆਂ ਨੂੰ ਦੇਣਾ ਸ਼ੁਰੂ ਕਰਤਾ ਜਿਹੜੇ ਡਿਜ਼ਰਵ ਨਹੀਂ ਸੀ ਕਰ ਰਹੇ। ਤਾਂ ਇਹਦੇ ਨਾਲ ਕੀ ਹੋਇਆ ਕਿ ਸਾਡੇ ਜਿਹੜੇ ਨਾਨ ਪਰਫਾਰਮਿੰਗ ਐਸੈਟਸ ਨੇ ਉਹ ਜ਼ਿਆਦਾ ਵਧਣੇ ਸ਼ੁਰੂ ਹੋ ਗਏ। ਤੀਸਰੀ ਜਿਹੜੀ ਚੀਜ਼ ਇਹਦੇ ਵਿੱਚ ਆਈ ਹੈ, ਉਹ ਜੇ ਆਪਾਂ ਆਪਣਾ 20 ਲੱਖ ਕਰੋੜ ਦਾ ਪੈਕੇਜ ਵੀ ਦੇਖਦੇ ਹਾਂ ਨਾ ਜੀ, ਉਹਦੇ 'ਚ ਵੀ ਜ਼ਿਆਦਾ ਜ਼ੋਰ ਜਿਹੜਾ ਪਿਆ ਹੋਇਆ ਵੀ ਬੈਂਕਸ ਜਿਹੜੇ ਨੇ ਉਹ ਕਰਜ਼ੇ ਦੇ ਦੇਣ। ਉਹ ਸਾਰਾ ਕਰਜ਼ਿਆਂ ਦੇ ਉੱਤੇ, ਚਾਹੇ ਉਹ ਸਿਕਿਉਰਡ ਲੋਨਸ ਨੇ, ਚਾਹੇ ਅਨਸਿਕਿਉਰਡ ਲੋਨਸ ਨੇ, ਚਾਹੇ ਗਵਰਨਮੈਂਟ ਜਿਹੜੀ ਗਰੰਟੀ ਦੇ ਰਹੀ ਹੈ, ਨਹੀਂ ਦੇ ਰਹੀ, ਤੁਸੀਂ ਮੋਰੇਟੋਰੀਅਮ ਦੇ ਰਹੇ ਹੋ, ਮੁਅੱਤਲ ਕਰ ਰਹੇ ਹੋ ਕਿਉਂ ਵੀ ਬੈਂਕ ਨੂੰ ਅਜੇ ਕਰਜ਼ੇ ਨਹੀਂ ਵਾਪਸ ਨਹੀਂ ਮੋੜਨੇ ਹੈਗੇ, ਜਾਂ ਨਾਨ ਬੈਂਕਿੰਗ ਜਿਹੜੀ ਗੈਰ ਵਿੱਤੀ ਬੈਂਕਿੰਗ ਅਦਾਰੇ ਨੇ, ਕੰਪਨੀਆਂ ਨੇ, ਉਹਨਾਂ ਨੂੰ ਜਿਹੜਾ ਬੈਂਕਾਂ ਨੇ ਸੁਧਾਰਨਾ ਹੈ। ਤਾਂ ਸਾਰਾ ਜਿਹੜਾ ਫੋਕਸ ਸੀਗਾ ਉਹਦਾ ਕਿਤੇ ਨਾ ਕਿਤੇ ਬੈਂਕਿੰਗ ਖੇਤਰ ਦੇ ਨਾਲ ਸੀਗਾ। ਤਾਂ ਰਾਈਟ ਉਹਦੇ 'ਚ ਵੀ ਉਸ ਵੇਲੇ ਜਦੋਂ ਜਿਹੜਾ 2 ਸਾਲ ਦਾ ਜਿਹੜਾ 1.5 ਸਾਲ ਦਾ ਸਾਡੇ ਕੋਲ ਵਕਫਾ ਆਇਆ, ਇਹਦੇ ਵਿੱਚ ਵੀ ਬੈਂਕਾਂ ਦੇ ਉੱਤੇ ਮਾਰ ਜ਼ਿਆਦਾ ਪਈ ਹੈ, ਕਿਉਂਕਿ ਬਿਜ਼ਨਸ ਚੱਲਣੇ ਬੰਦ ਹੋ ਗਏ। ਜਦੋਂ ਬਿਜ਼ਨਸ ਨਹੀਂ ਚੱਲੇ, ਨੌਕਰੀਆਂ ਤੋਂ ਲੋਕ ਗਏ, ਨਾ ਤਾਂ ਬਿਜ਼ਨਸ ਵਾਲਿਆਂ ਨੇ ਪੈਸਾ ਮੋੜਿਆ, ਨਾ ਨੌਕਰੀ ਵਾਲਿਆਂ ਨੇ, ਜਿਨ੍ਹਾਂ ਕੋਲ ਨੌਕਰੀਆਂ ਚਲੀਆਂ ਗਈਆਂ, ਨਾ ਉਹਨਾਂ ਨੇ ਪੈਸਾ ਮੋੜਿਆ। ਅਲਟੀਮੇਟਲੀ ਇਹ ਸਾਰਾ ਭਕਾਨਾ ਜਿਹੜਾ ਹੈ ਉਹ ਬੈਂਕਸ ਦੇ ਉੱਤੇ ਆ ਕੇ ਫਟ ਰਿਹਾ। ਜਿੰਨਾ ਸਾਰੇ ਦਾ ਸਾਰਾ ਅਸੀਂ ਹਿਸਾਬ ਕਿਤਾਬ ਲਾ ਕੇ ਦੇਖਦੇ ਹਾਂ, ਸਭ ਨਾਨ ਪਰਫਾਰਮਿੰਗ ਐਸੈਟਸ ਜਿਹੜੇ ਆ ਕੇ ਬਣਦੇ ਆ, ਜਿਹਦੇ ਕਾਰਨ ਇਸ ਵੇਲੇ ਜਿਹੜਾ ਤੁਸੀਂ ਸਵਾਲ ਹੈ ਜਾਂ ਜੋ ਅੱਜ ਅਸੀਂ ਚਰਚਾ ਦਾ ਵਿਸ਼ਾ ਚੁਣਿਆ ਹੈ ਕਿ ਜਿਹੜੀ ਬੈਂਕਸ ਨੇ, ਕਿਆ ਇਹ ਸੇਫ ਹੈ, ਕਿਆ ਸਾਡਾ ਪੈਸਾ ਬੈਂਕਾਂ ਦੇ ਵਿੱਚ ਰੱਖਿਆ ਸੇਫ ਹੈ, ਤਾਂ ਬਿਲਕੁਲ ਇਹ ਅੱਜ ਚਰਚਾ ਦਾ ਵਿਸ਼ਾ ਬਣਦਾ ਵੀ ਇਹ ਪ੍ਰੋਬਲਮਸ ਨੇ ਜਿਨ੍ਹਾਂ ਕਰਕੇ ਸਾਨੂੰ ਇਹ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਕਿਆ ਬੈਂਕ ਜਿਹੜੀਆਂ ਨੇ ਹਿੰਦੁਸਤਾਨ ਦੇ ਵਿੱਚ ਉਹ ਸੇਫ ਹੈਗੀਆਂ ਜਾਂ ਉਹਨਾਂ ਤੇ ਕਿਸੇ ਤਰੀਕੇ ਦਾ ਖਤਰਾ ਮੰਡਰਾ ਰਿਹਾ। ਬਬਲ ਫਟ ਗਿਆ, ਗੁਬਾਰਾ ਫਟ ਗਿਆ, ਤੁਸੀਂ ਇਹ ਗੱਲ ਕੀਤੀ ਹੈ। ਤਾਂ ਤੁਸੀਂ ਨਾਲ ਗੱਲ ਕੀਤੀ ਕਿ ਨੈਸ਼ਨਲਾਈਜ਼ ਕਰ ਦਿੱਤਾ ਸੀ ਮਿਸਿਸ ਇੰਦਰਾ ਗਾਂਧੀ ਨੇ ਬੈਂਕਸ ਨੂੰ, ਤੇ ਅਸੀਂ ਇਹ ਵੀ ਹਿਸਟਰੀ ਦੇਖਦੇ ਹਾਂ ਕਿ ਜਿਹੜੇ ਬੈਂਕ ਫੇਲ ਹੋਏ ਨੇ ਉਹ ਪ੍ਰਾਈਵੇਟ ਬੈਂਕ ਸੀਗੇ। ਨੈਸ਼ਨਲਾਈਜ਼ ਬੈਂਕ ਕੋਈ ਵੀ ਫੇਲ ਨਹੀਂ ਹੋਇਆ। ਸੋ ਪ੍ਰਾਈਵੇਟਾਈਜੇਸ਼ਨ ਆਫ ਬੈਂਕਸ ਰਿਸਕੀ ਰਹੇਗਾ। ਦੇਖੋ ਜੀ, ਪ੍ਰਾਈਵੇਟਾਈਜੇਸ਼ਨ ਜਿਹੜੀ ਤੁਹਾਡੀ ਗੱਲ ਹੈ ਕਿ ਬੈਂਕ ਫੇਲ ਨਹੀਂ ਹੋਇਆ, ਜੀ ਕੋਈ ਵੀ ਬੈਂਕ ਫੇਲ ਨਹੀਂ ਹੋਇਆ। ਜੇ ਮੈਂ ਇਹਨੂੰ ਇਫ ਆਈ ਪੁੱਟ ਇਟ ਇਨ ਅਦਰ ਵਰਡਸ, ਵੀ ਜਦੋਂ ਬੈਂਕ ਫੇਲ ਹੁੰਦਾ ਹੈ, ਚਾਹੇ ਉਹ ਪੰਜਾਬ ਐਂਡ ਮਹਾਰਾਸ਼ਟਰ ਹੋਇਆ, ਚਾਹੇ ਯੈਸ ਬੈਂਕ ਹੋਇਆ, ਇਹਨਾਂ ਨੂੰ ਰੈਸਕਿਊ ਕਰਨ ਕੌਣ ਆ ਰਿਹਾ, ਇਹਨਾਂ ਨੂੰ ਬਚਾਉਣ ਕੌਣ ਆ ਰਿਹਾ? ਇਹ ਕੋਈ ਨਾ ਕੋਈ ਸਾਡਾ ਜਨਤਕ ਖੇਤਰ ਦਾ ਜਿਹੜਾ ਬੈਂਕ ਹੈ, ਜਿਹੜਾ ਪਬਲਿਕ ਸੈਕਟਰ ਦਾ ਬੈਂਕ ਹੈ, ਉਹਦੇ ਹਵਾਲੇ ਕਰ ਦਿੰਦੇ ਆ ਕਿ ਨਹੀਂ ਹੁਣ ਇਹਦੀ ਹੈਂਡ ਹੋਲਡਿੰਗ ਤੁਸੀਂ ਕਰੋਗੇ। ਜਿੱਦਾਂ ਯੈਸ ਬੈਂਕ ਦੇ ਕੇਸ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਨੂੰ ਕਿਹਾ ਗਿਆ ਵੀ ਤੁਸੀਂ ਇਸ ਬੈਂਕ ਦੀ ਹੈਂਡ ਹੋਲਡਿੰਗ ਕਰੋਗੇ। ਤਾਂ ਜਿਹੜਾ ਪ੍ਰਾਈਵੇਟਾਈਜੇਸ਼ਨ ਹੈ, ਅਗਰ ਮੰਨ ਲੈਂਦੇ ਆਪਾਂ ਸਰਕਾਰੀ ਖੇਤਰ ਦਾ ਵੀ ਕੋਈ ਬੈਂਕ ਕੱਲ ਨੂੰ ਡੁੱਬਦਾ ਹੈ, ਜਾਂ ਪਰਮਾਤਮਾ ਨਾ ਕਰੇ ਕਿ ਇਦਾਂ ਦਾ ਕੋਈ ਕੇਸ ਬਣੇ, ਕਿਉਂਕਿ ਬਹੁਤ ਵੱਡੀ ਸਮੱਸਿਆ ਦਾ ਕਾਰਨ ਹੈ, ਬੜੀ ਲੋਕਾਂ ਨੂੰ ਉਹਦੀ ਦੂਰਗਾਮੀ ਇਹਦੇ ਜਿਹੜੇ ਇਫੈਕਟਸ ਨੇ ਉਹ ਬਹੁਤ ਜ਼ਿਆਦਾ ਦੂਰ ਤੱਕ ਜਾਂਦੇ ਨੇ ਜੀ। ਪਰ ਜੇ ਕਿਤੇ ਇਹ ਬੈਂਕ ਇਦਾਂ ਦਾ ਪ੍ਰੋਬਲਮ ਆ ਜਾਂਦੀ ਹੈ, ਕੋਈ ਬੈਂਕ ਫੇਲ ਹੁੰਦਾ, ਚਾਹੇ ਉਹ ਸਰਕਾਰੀ ਹੈ ਚਾਹੇ ਉਹ ਗੈਰ ਸਰਕਾਰੀ ਬੈਂਕ ਹੈ, ਤਾਂ ਪਹਿਲੀ ਗੱਲ ਤਾਂ ਹੈ ਵੀ ਸਰਕਾਰ ਉਹਨੂੰ ਜਿਹੜਾ ਹੈ ਬੇਲ ਆਊਟ ਕਰਦੀ ਹੈ। ਉਹ ਜਿਹੜਾ ਬੇਲ ਆਊਟ ਕਰਨ ਦੇ ਲਈ ਪੈਸਾ ਹੈ ਉਹ ਕਿੱਥੋਂ ਜਾਂਦਾ? ਉਹ ਤੁਹਾਡਾ ਔਰ ਮੇਰਾ ਪੈਸਾ, ਜਿਹੜਾ ਟੈਕਸਾਂ ਦੇ ਤੌਰ ਤੇ ਸਰਕਾਰ ਨੇ ਲਿੱਤਾ ਹੋਇਆ, ਕਿਉਂਕਿ ਬੈਂਕ ਦੇ ਉੱਤੇ ਤੁਸੀਂ ਪਹਿਲੋਂ ਨਜ਼ਰ ਨਹੀਂ ਰੱਖ ਰਹੇ ਕਿ ਉਹ ਬੈਂਕ ਕਿਹਨੂੰ ਲੋਨ ਦੇ ਰਿਹਾ, ਕਿੱਥੇ ਕਰਜ਼ੇ ਤੇ, ਕਿਆ ਉਹਨੇ ਠੀਕ ਕਰਜ਼ੇ ਦਿੱਤੇ, ਗਲਤ ਕਰਜ਼ੇ ਦਿੱਤੇ, ਤੁਸੀਂ ਉਹਦੇ ਤੇ ਨਹੀਂ ਨਜ਼ਰ ਰੱਖ ਰਹੇ। ਅੱਛਾ, ਯੈਸ ਬੈਂਕ ਦੇ ਕੇਸ ਦੇ ਵਿੱਚ ਇਹੀ ਹੋਇਆ ਸੀਗਾ। ਸਰਕਾਰ ਨੇ ਆਪਣਾ ਇੱਕ ਮੋਨੀਟਰਿੰਗ ਕਮੇਟੀ ਜਿਹੜੀ ਸੀ, ਇੱਕ ਬੰਦਾ ਬਿਠਾਲਤਾ ਵੀ ਉਹ ਚੈੱਕ ਕਰੇਗਾ ਵੀ ਯੈਸ ਬੈਂਕ ਵਾਲਿਆਂ ਨੇ ਲੋਨ ਠੀਕ ਦਿੱਤੇ ਹੈ ਕਿ ਨਹੀਂ। ਉਸ ਦੇ ਬਾਵਜੂਦ ਯੈਸ ਬੈਂਕ ਜਿਹੜਾ ਫੇਲ ਹੋ ਗਿਆ, ਉਸ ਤੋਂ ਬਾਅਦ ਯੈਸ ਬੈਂਕ ਨੂੰ ਬੇਲ ਆਊਟ ਕਰ ਰਹੇ ਹਾਂ ਅਸੀਂ। ਤਾਂ ਬੇਲ ਆਊਟ ਕਰਨ ਵੇਲੇ ਮੇਰਾ ਕਹਿਣ ਦਾ ਮਤਲਬ ਹੈ ਵੀ ਪੈਸਾ ਜਿਹੜਾ ਹੈ ਉਹ ਤੁਹਾਡਾ ਔਰ ਮੇਰਾ, ਜਿਹੜਾ ਪੈਸਾ ਕਿਸੇ ਹੋਰ ਚੰਗੀ ਜਗ੍ਹਾ ਤੇ ਲੱਗ ਸਕਦਾ ਸੀ, ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰ ਸਕਦਾ ਸੀ, ਉਹ ਪੈਸਾ ਜਿਹੜਾ ਬੈਂਕ ਨੂੰ ਬਚਾਉਣ ਵਾਸਤੇ ਲੱਗ ਜਾਂਦਾ।
ਤਾਂ ਰਾਈਟ। ਇਹ ਗੱਲ ਤਾਂ ਨਹੀਂ ਹੈ ਕਿ ਨਿੱਜੀ ਖੇਤਰ ਜੇ ਹੋ ਜਾਏਗਾ ਤਾਂ ਬੈਂਕ ਫੇਲ ਨਹੀਂ ਹੋਣਗੇ। ਤਾਂ ਹਜੇ ਤੱਕ ਤਾਂ ਨਿੱਜੀ ਖੇਤਰ ਦੇ ਬੈਂਕ ਫੇਲ ਹੋਏ ਆ ਜੀ, ਇਹ ਤਿੰਨੇ ਚਾਰੇ। ਇਸ ਤੋਂ ਪਹਿਲਾਂ ਗਲੋਬਲ ਟਰਸਟ ਬੈਂਕ ਫੇਲ ਹੋਇਆ ਸੀ 1990s ਦੇ ਵਿੱਚ, ਜਿਹਨੂੰ ਓਰੀਐਂਟਲ ਬੈਂਕ ਆਫ ਕਾਮਰਸ ਦੇ ਬਚਾਇਆ ਸੀ ਉਸ ਵੇਲੇ। ਜੀ ਜੀ ਜੀ। ਸੋ ਗੱਲ ਮੈਂ ਇਹ ਕਰ ਰਿਹਾ ਸੀ ਨੈਸ਼ਨਲਾਈਜ਼ਡ ਬੈਂਕ ਐਂਡ ਪ੍ਰਾਈਵੇਟ ਬੈਂਕ ਦੀ। ਅਸੀਂ ਹਮੇਸ਼ਾ ਆਪਣੇ ਦਿਮਾਗ 'ਚ ਇਹ ਗੱਲ ਲੈ ਕੇ ਚੱਲਦੇ ਹਾਂ, ਜਦੋਂ ਕੋਈ ਸੰਸਥਾ ਪ੍ਰਾਈਵੇਟ ਹੋ ਜਾਂਦੀ ਹੈ, ਪ੍ਰਾਈਵੇਟ ਹੱਥਾਂ ਦੇ ਵਿੱਚ ਚਲੇ ਜਾਂਦੀ ਹੈ, ਉਹ ਪਰਫੈਕਟ ਹੋ ਜਾਂਦੀ ਹੈ, ਉਹਦੀ ਕਾਰਗੁਜ਼ਾਰੀ ਬਹੁਤ ਜ਼ਬਰਦਸਤ ਹੋ ਜਾਂਦੀ ਹੈ। ਤੇ ਜਦੋਂ ਤੱਕ ਕੋਈ ਸੰਸਥਾ ਸਰਕਾਰੀ ਹੱਥਾਂ ਦੇ ਵਿੱਚ ਹੈ, ਉਹਦੀ ਕਾਰਗੁਜ਼ਾਰੀ ਵਧੀਆ ਨਹੀਂ ਹੁੰਦੀ, ਪੂਅਰ ਪਰਫਾਰਮੈਂਸ ਹੁੰਦੀ। ਜਦਕਿ ਇਹ ਇੱਕ ਵਹਿਮ ਹੈ, ਬਹੁਤ ਤਗੜਾ ਵਹਿਮ ਹੈ, ਕਿਉਂਕਿ ਜੇ ਅਸੀਂ ਕਿਸੇ ਵੀ ਇਦਾਰੇ ਨੂੰ, ਕਿਸੇ ਵੀ ਇੰਸਟੀਚਿਊਟ ਨੂੰ ਪ੍ਰਾਈਵੇਟ ਕਰ ਦਿੰਦੇ ਹਾਂ ਤਾਂ ਉਸਦੀ ਗਰੰਟੀ ਕੋਈ ਵੀ ਨਹੀਂ ਦੇ ਸਕਦਾ ਕਿ ਉਹ ਬਿਲਕੁਲ ਪਰਫੈਕਟ ਹੋ ਗਿਆ, ਸਹੀ ਤਰੀਕੇ ਨਾਲ ਕੰਮ ਕਰੇਗਾ। ਤੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜੇ ਕੋਈ ਇਦਾਰਾ ਸਰਕਾਰੀ ਹੈ ਤੇ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ, ਕਿਉਂਕਿ ਇਹ ਮੈਟਰ ਹੈਗਾ ਐਡਮਿਨਿਸਟ੍ਰੇਸ਼ਨ ਦਾ, ਪ੍ਰਬੰਧਨ ਦਾ ਕੰਮ ਹੈ। ਤਾਂ ਪ੍ਰਬੰਧਨ ਤਾਂ ਹਰ ਥਾਂ ਤੇ ਵੀ ਮੈਨੇਜ ਹੋ ਸਕਦਾ ਹੈ, ਵਧੀਆ ਹੋ ਸਕਦਾ ਹੈ। ਤਾਂ ਗਵਰਨਮੈਂਟ ਵੀ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦੀ ਕਿ ਕੋਈ ਪ੍ਰਾਈਵੇਟਾਈਜ਼ ਹੋ ਗਿਆ ਹੈ ਇੰਸਟੀਚਿਊਟ ਤੇ ਉਹ ਬਿਲਕੁਲ ਪਰਫੈਕਟਲੀ ਕੰਮ ਕਰੇਗਾ, ਕਿਉਂਕਿ ਪ੍ਰਾਈਵੇਟ ਇਦਾਰੇ ਵਿੱਚ ਵੀ ਬੰਦਿਆਂ ਨੇ ਕੰਮ ਕਰਨਾ ਹੈ ਤੇ ਗਵਰਨਮੈਂਟ ਇਦਾਰੇ ਦੇ ਵਿੱਚ ਵੀ ਬੰਦਿਆਂ ਨੇ ਕੰਮ ਕਰਨਾ ਹੈ। ਤਾਂ ਮੈਨੇਜਮੈਂਟ ਨੂੰ ਕਿਉਂ ਨਾ ਸਟਰੋਂਗ ਕੀਤਾ ਜਾਏ। ਇਹ ਨਾਲ ਫਰਕ ਨਹੀਂ ਪੈਣਾ ਚਾਹੀਦਾ ਕਿ ਕੋਈ ਉਹ ਗਵਰਨਮੈਂਟ ਦਾ ਇਦਾਰਾ ਹੈ ਜਾਂ ਉਹ ਪ੍ਰਾਈਵੇਟ ਇਦਾਰਾ ਹੈ, ਗੱਲ ਸਾਰੀ ਮੈਨੇਜਮੈਂਟ ਦੀ ਹੈ। ਡੂ ਯੂ ਐਗਰੀ? ਠੀਕ ਹੈ ਜੀ, ਤੁਹਾਡੀ ਗੱਲ ਤੋਂ ਮੈਂ ਪੂਰੇ ਤਰੀਕੇ ਦੇ ਨਾਲ ਇਤਫਾਕ ਰੱਖਦਾ ਵੀ ਮੈਨੇਜਮੈਂਟਾਂ ਜਿਹੜੀਆਂ ਨੇ, ਪ੍ਰਬੰਧਨ ਜਿਹੜਾ ਹੈ ਬੈਂਕਾਂ ਦਾ, ਉਹ ਠੀਕ ਹੋਣਾ ਚਾਹੀਦਾ। ਹੋਇਆ ਕੀ ਹੈ, ਪਿਛਲੇ ਅਸੀਂ ਅਗਰ ਥੋੜਾ ਟਾਈਮ ਪਹਿਲਾਂ ਦੀ ਗੱਲ ਕਰੀਏ ਤੇ ਇੱਕ ਕਨਸੈਪਟ ਸਾਨੂੰ ਸਾਰਿਆਂ ਨੂੰ ਸੁਣਨ ਨੂੰ ਮਿਲਦਾ ਸੀ, ਜਿਹਨੂੰ ਕਹਿੰਦੇ ਸੀ ਫੋਨ ਬੈਂਕਿੰਗ। ਬਈ ਫੋਨ ਆ ਗਿਆ, ਮੰਤਰੀ ਜੀ ਦਾ ਫੋਨ ਆ ਗਿਆ ਕਿਸੇ, ਉਹ ਮੰਤਰੀ ਜੀ ਨੇ ਫੋਨ ਕਰਨਾ ਕਿਸੇ ਡਾਇਰੈਕਟਰ ਨੂੰ ਜਾਂ ਮੈਨੇਜਮੈਂਟ ਦੇ ਕਿਸੇ ਬੰਦੇ ਨੂੰ, ਉਹਨਾਂ ਨੇ ਫੋਨ ਕਰਨਾ ਅੱਗੇ ਜਨਰਲ ਮੈਨੇਜਰ ਨੂੰ, ਮੈਨੇਜਰ ਨੇ ਫੋਨ ਜਨਰਲ ਮੈਨੇਜਰ ਨੇ ਮੈਨੇਜਰ ਨੂੰ ਫੋਨ ਕਰਕੇ ਤੇ ਉਹ ਲੋਨ ਜਿਹੜਾ ਹੈ ਵੀ ਫਲਾਨਾ ਬੰਦਾ ਆਏਗਾ, ਉਹਨੂੰ ਲੋਨ ਜਿਹੜਾ ਪਾਸ ਕਰਨਾ ਆਪਾਂ। ਤਾਂ ਆ ਜਿਹੜੀ ਫੋਨ ਬੈਂਕਿੰਗ ਹੈ, ਉਹਨੇ ਸਾਡਾ ਸਤਿਆਨਾਸ਼ ਕੀਤਾ ਸੀਗਾ। ਜ਼ਰੂਰ ਤੁਹਾਡੀ ਗੱਲ ਠੀਕ ਹੈ ਵੀ ਜਿਹੜੀ ਮੈਨੇਜਮੈਂਟਾਂ ਨੇ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਟੈਂਡ ਲੈਣ ਦੀ ਲੋੜ ਹੈ, ਆਪਣੇ ਬੈਂਕ ਬਚਾਉਣ ਦੇ ਲਈ, ਲੋਕਾਂ ਦੇ ਪੈਸੇ ਬਚਾਉਣ ਦੇ ਲਈ। ਸੋ ਡੂ ਯੂ ਐਗਰੀ ਕਿ ਬੈਂਕ ਸਾਰੇ ਨੈਸ਼ਨਲਾਈਜ਼ਡ ਹੋਣੇ ਚਾਹੀਦੇ ਨੇ, ਪ੍ਰਾਈਵੇਟ ਬੈਂਕ ਕੋਈ ਵੀ ਨਹੀਂ ਹੋਣਾ ਚਾਹੀਦਾ? ਨਹੀਂ, ਏਦਾਂ ਦੀ ਗੱਲ ਨਹੀਂ ਹੈ ਜੀ। ਪ੍ਰਾਈਵੇਟ ਅਗਰ ਚੱਲ ਰਹੇ ਹੈ ਤਾਂ ਠੀਕ ਹੈਗਾ। ਇਹ ਗੱਲ ਨਹੀਂ ਹੈ ਵੀ ਸਾਰਾ ਕੁਝ ਪ੍ਰਾਈਵੇਟਾਈਜ਼ ਹੀ ਹੋਵੇ, ਨੋ। ਸਿਰਫ ਪ੍ਰਾਈਵੇਟਾਈਜ਼, ਲੇਕਿਨ ਜਿਹੜਾ ਕਿਉਂਕਿ ਇੱਕ ਜਿਹੜੀ ਅਸੀਂ ਜੈਨੇਸਿਸ ਦੇਖਦੇ ਹਾਂ ਪ੍ਰਾਈਵੇਟਾਈਜੇਸ਼ਨ ਦਾ, ਜੈਨੇਸਿਸ ਰਾਈਟ ਫਰਮ 1947, ਜਦੋਂ ਤੋਂ ਆਜ਼ਾਦੀ ਮਿਲੀ ਹੈ, ਅਸੀਂ ਇਹ ਕਿਹਾ ਵੀ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ, ਜਾਂ ਈਵਨ 1990s ਤੋਂ ਬਾਅਦ ਸਾਡਾ ਕਨਸੈਪਟ ਇਹ ਆਇਆ ਸੀਗਾ ਕਿ ਅਸੀਂ ਆਪਸ ਦੇ ਵਿੱਚ ਇੱਕ ਹੈਲਦੀ ਕੰਪੀਟੀਸ਼ਨ ਕਰਾਉਣਾ ਹੈ, ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਔਰ ਪਬਲਿਕ ਸੈਕਟਰ ਦੇ ਵਿੱਚ ਵੀ, ਚਾਹੇ ਉਹ ਬੈਂਕਸ ਨੇ, ਚਾਹੇ ਉਹ ਟਰਾਂਸਪੋਰਟੇਸ਼ਨ ਹੈ। ਲੇਕਿਨ ਸਾਰੀ ਚੀਜ਼ ਜਿਹੜੀ ਹੈ ਪ੍ਰਾਈਵੇਟਾਈਜ਼ ਕਰਨਾ, ਉਹ ਗਲਤ ਹੈ। ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ ਠੀਕ, ਕਿ ਜਿਹੜਾ ਅਸੀਂ ਪ੍ਰਾਈਵੇਟਾਈਜ਼ ਬੈਂਕਸ ਕਰਦੀ, ਆਪਣੇ ਬੈਂਕਾਂ ਨੂੰ ਲੁਟਾ ਕੇ ਬਈ ਨਹੀਂ ਜੀ ਅਸੀਂ ਪ੍ਰਾਈਵੇਟਾਈਜ਼ ਕਰਨੇ, ਅਸੀਂ ਸਾਰੇ ਬੈਂਕਾਂ ਨੂੰ ਪ੍ਰਾਈਵੇਟਾਈਜ਼ ਕਰਨਾ ਹੈਗਾ, ਤਾਂ ਇਸ ਕਰਕੇ ਅਸੀਂ ਆਪਣੇ ਬੈਂਕ ਜਿਹੜੇ ਆ ਉਹਨਾਂ ਦਾ ਨਿੱਜੀਕਰਨ ਕਰ ਦਈਏ, ਉਹ ਚੀਜ਼ ਗਲਤ ਹੈ। ਔਰ ਉਹਦੇ ਵਾਸਤੇ ਫਰਦਰ ਅਸੀਂ ਇਦਾਂ ਦੇ ਗਲਤ ਇਸ ਕੰਮ ਕਰੀਏ। ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਦੇ ਨਾਲ ਦੱਸ ਸਕਦਾ ਵੀ ਸਾਡੇ ਕੋਲ ਜਦੋਂ ਇਹ ਨਾਨ ਪਰਫਾਰਮਿੰਗ ਐਸੈਟਸ ਵੱਧ ਗਏ, ਜਦੋਂ ਬੈਂਕਾਂ ਦੇ ਉੱਤੇ ਕਰਜ਼ੇ ਵੱਧ ਗਏ, ਸਰਕਾਰ ਨੇ 3 ਉਪਰਾਲੇ ਕੀਤੇ। ਪਹਿਲਾ ਉਪਰਾਲਾ ਸਰਕਾਰ ਨੇ ਕੀ ਕੀਤਾ, ਐਸੈਟ ਰੀਕਨਸਟਰਕਸ਼ਨ ਕੰਪਨੀਆਂ ਬਣਾਈਆਂ। ਸਾਡੇ ਕੋਲ ਹਜੇ ਵੀ 28 ਕੰਪਨੀਆਂ ਇਦਾਂ ਦੀਆਂ ਜਿਨ੍ਹਾਂ ਦਾ ਕੰਮ ਕੀ ਸੀ ਵੀ ਜਿਹੜਾ ਕੋਈ ਬੈਂਕ ਦਾ ਕਰਜ਼ਾ ਮਰ ਰਿਹਾ ਹੈ, ਮੰਨ ਲਓ 2000 ਕਰੋੜ ਦਾ ਕਰਜ਼ਾ ਹੈ, ਉਹਨੇ ਬੈਂਕ ਤੋਂ 500 ਕਰੋੜ ਦੇ ਵਿੱਚ ਲੈ ਲੈਣਾ ਵੀ ਭਾਈ ਬੈਂਕ ਨੂੰ ਤਾਂ ਨਹੀਂ ਮੁੜ ਰਿਹਾ, ਇਹ ਕੰਪਨੀ ਜਿਹੜੀ ਆਪਣੇ ਆਪ ਉਸ ਪੈਸੇ ਨੂੰ ਲੈ ਕੇ ਆਏਗੀ ਕਿਤੇ ਨਾ ਕਿਤੇ, ਤੇ ਬੈਂਕ ਨੂੰ ਉਹਨੇ 500 ਕਰੋੜ ਰੁਪਈਆ ਮੋੜ ਦੇਣਾ। ਉਸ ਤੋਂ ਬਾਅਦ ਉਹਨੇ ਆਪਣੇ ਆਪ ਇਹਨੂੰ ਰਿਕਵਰ ਕਰਨਾ, ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਾ ਦੇਣਾ। ਚਲੋ ਉਹ ਆਪਾਂ ਡਿਟੇਲ 'ਚ ਨਹੀਂ ਜਾਂਦੇ। ਦੂਜਾ, ਸਰਕਾਰ ਨੇ ਜਿਹੜਾ ਉਪਰਾਲਾ ਕੀਤਾ 2016 ਦੇ ਵਿੱਚ, ਇਨਸੋਲਵੈਂਸੀ ਐਂਡ ਬੈਂਕਰਪਟਸੀ ਕੋਡ ਲਿਆਂਦਾ। ਹੁਣ ਇਨਸੋਲਵੈਂਸੀ ਦੇ ਵਿੱਚ ਕੀ ਹੈ ਕਿ ਜਿਹੜੀ ਕੰਪਨੀ ਜੋ ਇੱਕ ਅਗਰ ਰੁਚੀ ਮਸਾਲੇ ਕੋਈ ਕੰਪਨੀ ਹੈਗੀ ਆ, ਉਹਨੇ ਬੈਂਕ ਤੋਂ ਲੋਨ ਲਿੱਤਾ ਹੋਇਆ ਔਰ ਰੁਚੀ ਮਸਾਲੇ ਬੈਂਕ ਨੂੰ ਲੋਨ ਨਹੀਂ ਮੋੜ ਸਕ ਰਹੀ, ਜਾਂ ਵੀਡੀਓਕਾਨ ਨੇ ਲੋਨ ਲਿੱਤਾ ਹੋਇਆ, ਵੀਡੀਓਕਾਨ ਬੈਂਕ ਨੂੰ ਨਹੀਂ ਮੋੜ ਸਕ ਰਿਹਾ, ਜੈਟ ਏਅਰਵੇਜ਼ ਨੇ ਲੋਨ ਲਿੱਤਾ, ਜੈਟ ਏਅਰਵੇਜ਼ ਬੈਂਕ ਨੂੰ ਲੋਨ ਨਹੀਂ ਮੋੜ ਸਕ ਰਿਹਾ। ਤਾਂ ਹੋਇਆ ਕੀ ਕਿ ਇਹਨਾਂ ਕੰਪਨੀਆਂ ਨੂੰ ਉਹ ਤੇ ਬੈਂਕਰਪਟਸੀ ਕੋਡ ਦੇ ਵਿੱਚ ਲੈ ਜਾਂਦੇ ਸੀ। ਬੈਂਕਰਪਟਸੀ ਕੀ ਹੁੰਦੀ ਹੈ? ਬੇਸਿਕਲੀ ਬੈਂਕਰਪਟਸੀ ਜਦੋਂ ਆਪਾਂ ਵਰਡ ਦੇਖਦੇ ਹਾਂ, ਬੈਂਕਰਪਟ ਦਾ ਮਤਲਬ ਹੁੰਦਾ ਦਿਵਾਲੀਆਪਨ ਹੋ ਜਾਣਾ। ਹੁਣ ਕੋਈ ਕੰਪਨੀ ਆਪਣੇ ਆਪ ਨੂੰ ਦਿਵਾਲੀਆ ਘੋਸ਼ਿਤ ਕਰ ਲੈਂਦੀ ਹੈ ਵੀ ਮੇਰਾ ਤਾਂ ਦਿਵਾਲੀਆ ਨਿਕਲ ਗਿਆ, ਤੇ ਮੇਰਾ ਦੇਖ ਲਓ ਦਿਵਾਲੀਆਪਨ ਹੋ ਚੁੱਕਾ, ਤਾਂ ਹੁਣ ਮੈਨੂੰ ਕੋਈ ਹੋਰ ਸੰਭਾਲ ਲੈ ਆ ਕੇ।
ਤਾਂ ਉਹਦੇ 'ਚ ਕੀ ਹੋਇਆ, ਇਨਸੋਲਵੈਂਸੀ ਐਂਡ ਬੈਂਕਰਪਸੀ ਕੋਰਟ ਦੇ ਵਿੱਚ ਲਿਜਾ ਕੇ ਕੌਡੀਆਂ ਦੇ ਭਾਅ ਤੇ, ਕੌਡੀਆਂ ਬਿਲਕੁਲ ਕੌਡੀਆਂ ਦੇ ਭਾਅ ਤੇ, ਦੇਖੋ ਜੀ 64,000 ਕਰੋੜ ਰੁਪਈਏ ਦਾ 64,838 ਕਰੋੜ ਰੁਪਈਏ ਦਾ ਵੀਡੀਓਕਾਨ ਦੇ ਉੱਤੇ ਲੋਨ ਸੀ ਜੀ ਉਹਨੂੰ। ਅਨਿਲ ਅਗਰਵਾਲ ਉਸ ਕੰਪਨੀ ਨੂੰ ਖਰੀਦਦੇ ਕਿੰਨੇ ਤੇ 2,900 ਕਰੋੜ ਤੇ। ਹੁਣ ਤੁਸੀਂ ਇਹ ਦੇਖੋ ਬਈ 64,000 ਕਰੋੜ ਦਾ ਲੋਨ, ਬੈਂਕ ਨੂੰ ਕਿੰਨਾ ਜੁੜਿਆ 3,000 ਕਰੋੜ। ਜੇ ਉਹਦੇ ਐਸੈਟਸ ਵੀ ਵੇਚ ਲਓਗੇ ਤੁਸੀਂ, ਕੁਝ ਹੋਰ ਵੀ ਕਰ ਲਓਗੇ, ਤਾਂ ਵੀ ਬੈਂਕ ਨੂੰ ਘੱਟੋ ਘੱਟ 50-55,000 ਕਰੋੜ ਰੁਪਈਏ ਦੀ ਸੱਟ ਲੱਗ ਰਹੀ ਹੈ। ਇਸੇ ਤਰੀਕੇ ਦੇ ਨਾਲ ਜੈਟ 에ਅਰਵੇਜ਼ ਹੈ, ਜੈਟ 에ਅਰਵੇਜ਼ ਦਾ ਕਰਜ਼ਾ ਸੀਗਾ 40,000 ਕਰੋੜ ਦਾ, ਜਿਹਦੇ ਚ ਬੈਂਕਾਂ ਨੂੰ ਜਿਹੜਾ ਚਪਤ ਲੱਗੀ ਹੈ ਉਹ ਲੱਗੀ ਹੈ 36,000 ਕਰੋੜ ਦੀ। ਜਦੋਂ ਹੁਣ ਇਦਾਂ ਦੀਆਂ ਹਰਕਤਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ, ਡੈਲੀਬਰੇਟਲੀ ਅਸੀਂ ਬੈਂਕਾਂ ਨੂੰ ਚਪਤ ਲਾਣੀ ਸ਼ੁਰੂ ਕਰ ਦਾਂਗੇ ਵੀ ਅਸੀਂ ਇਹਨਾਂ ਨੂੰ ਬਾਅਦ ਦੇ ਵਿੱਚ ਇਹ ਕਹਿ ਦਾਂਗੇ ਕਿ ਇਹ ਚੱਲ ਨਹੀਂ ਸਕਦੇ, ਬੈਂਕਾਂ ਦੀ ਇਨਐਫੀਸ਼ੀਐਂਸੀ ਹੈ, ਇਹ ਤਾਂ ਲੋਕਾਂ ਦਾ ਪੈਸਾ ਜ਼ਿਆਦਾ ਖਾਂਦੇ ਆ, ਇਹ ਫੇਲ ਹੋ ਰਹੇ ਆ। ਜੇ ਇਦਾਂ ਦੇ ਐਕਸਕਿਊਜ਼ ਬਣਾਣੇ ਆ ਤਾਂ ਇਹਦੇ ਨਾਲ ਫਿਰ ਨਾ ਤਾਂ ਪ੍ਰਾਈਵੇਟਾਈਜੇਸ਼ਨ ਚੋਂ ਕੁਝ ਨਿਕਲਣਾ, ਨਾ ਹੀ ਪਬਲਿਕ ਸੈਕਟਰ ਬੈਂਕਸ ਦਾ ਕੁਝ ਰਹਿਣਾ। ਇਹਦੇ ਨਾਲ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਬੈਂਕਾਂ ਦੇ ਉੱਤੇ ਉਹੀ ਘਟੇਗਾ। ਮਤਲਬ ਇਹ ਹੈ ਕਿ ਇਹ ਸਾਰੀ ਜੋ ਟੈਕਸ ਪੇਅਰਸ ਨੇ, ਜੋ ਅਸੀਂ ਲੋਕ ਹਾਂ, ਸਾਡਾ ਪੈਸਾ ਖਤਮ ਹੋ ਗਿਆ। ਜਿਹੜੀ ਬੈਂਕ ਨੂੰ ਚਪਤ ਨਹੀਂ ਲੱਗੀ, ਇਹ ਸਾਨੂੰ ਸਾਰਿਆਂ ਨੂੰ ਚਪਤ ਲੱਗੀ ਹੈ ਕਿ ਉਹ ਕਾਰਪੋਰੇਟ ਹਾਊਸਿਸ ਨੇ ਸਾਡਾ ਪੈਸਾ ਖੁਦ ਰੱਖ ਲਿਆ ਤੇ ਸਾਨੂੰ ਬਿਲਕੁਲ ਹੱਥ ਖੜੇ ਕਰਕੇ ਦਿਖਾ ਦਿੱਤਾ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ ਵਾਪਸ ਕਰਨ ਨੂੰ, ਤੇ ਅਸੀਂ ਸਾਰੇ ਘਾਟੇ 'ਚ ਆ ਗਏ। ਔਰ ਕਹਿਣ ਨੂੰ ਇਹ ਕਿਹਾ ਜਾ ਰਿਹਾ ਕਿ ਬੈਂਕ ਨੂੰ ਚਪਤ ਲੱਗ ਗਈ। ਚਪਤ ਲੱਗੀ ਹੈ ਸਿਟੀਜ਼ਨਸ ਨੂੰ, ਚਪਤ ਲੱਗੀ ਹੈ ਨਾਗਰਿਕਾਂ ਨੂੰ। ਰਾਈਟ ਸਰ? ਬਿਲਕੁਲ ਠੀਕ ਹੈ ਜੀ। ਇੱਕ ਚੀਜ਼ ਮੈਂ ਐਡ ਕਰਨਾ ਚਾਹੁੰਦਾ ਜੀ, ਜਦੋਂ ਵੀ ਬੈਂਕ ਜਿਹੜਾ ਹੈ, ਜੇ ਆਪਾਂ ਇਹ ਕਹਿੰਦੇ 40,000 ਕਰੋੜ ਰੁਪਈਆ ਬੈਂਕ ਨੂੰ ਨਹੀਂ ਮੁੜਿਆ ਜਾਂ 30,000 ਕਰੋੜ ਰੁਪਈਆ ਬੈਂਕ ਨੂੰ ਨਹੀਂ ਮੁੜਿਆ, ਤਾਂ ਉਹ ਬੈਂਕ ਦੀ ਬੈਲੈਂਸ ਸ਼ੀਟ ਦੇ ਵਿੱਚ ਖੜਾ ਹੋ ਜਾਂਦਾ ਉਹ ਪੈਸਾ। ਹੁਣ ਉਸ ਪੈਸੇ ਨੂੰ ਕਿਤੇ ਨਾ ਕਿਤੇ ਤਾਂ ਨਜਿੱਠਣਾ ਹੈ ਨਾ ਜੀ। ਉਹਨੂੰ ਨਜਿੱਠਣ ਦੇ ਲਈ ਸਰਕਾਰਾਂ ਬੈਂਕਾਂ ਦੇ ਵਿੱਚ ਪੈਸਾ ਪਾਉਂਦੀਆਂ। ਹੁਣ ਜਦੋਂ ਸਰਕਾਰ 30,000 ਕਰੋੜ ਜਾਂ 40,000 ਕਰੋੜ ਰੁਪਈਆ ਬੈਂਕ ਦੇ ਵਿੱਚ ਲੈ ਕੇ ਆਏਗੀ ਜਾਂ ਪਾਏਗੀ, ਉਹ ਕਿਹੜਾ ਪੈਸਾ? ਉਹ ਤੁਹਾਡਾ ਜਾਂ ਮੇਰਾ ਪੈਸਾ। ਜਿਹੜੀ ਗੱਲ ਤੁਸੀਂ ਕਹਿ ਰਹੇ ਸੀ, ਉਹ ਟੈਕਸ ਪੇਅਰਸ ਦਾ ਪੈਸਾ ਹੈ, ਜਿਹੜਾ ਬੈਂਕਾਂ ਨੂੰ ਉਭਾਰਨ, ਮਾਰਿਆ ਵੀ ਬੈਂਕ ਜਾ ਰਿਹਾ ਹੈ, ਪੈਸਾ ਵੀ ਸਾਡਾ ਜਾ ਰਿਹਾ ਹੈ, ਔਰ ਐਸ਼ ਕਰ ਰਿਹਾ ਜਿਹੜਾ ਦਿਵਾਲੀਆ ਹੋ ਗਿਆ। ਮਤਲਬ ਇਹ ਹੈ ਕਿ ਜੇ ਕਿਸੇ ਨੂੰ ਲਾਇਸੈਂਸ ਦੇ ਦਿਓ, ਕਿਸੇ ਪ੍ਰਾਈਵੇਟ ਕਾਰਪੋਰੇਟ ਹਾਊਸ ਨੂੰ ਲਾਇਸੈਂਸ ਦੇ ਦਿਓ ਬੈਂਕ ਖੋਲ੍ਹਣ ਦਾ, ਤਾਂ ਉਹਨੇ ਵੀ ਇਹੀਓ ਕਰਨਾ ਹੈ ਕਿ ਸਾਰਾ ਪੈਸਾ ਆਪਣੇ ਆਪ ਨੂੰ ਲੋਨ ਦੇ ਦੇਣਾ। ਤੇ ਜੇ ਬਿਜ਼ਨਸ ਚੱਲ ਗਿਆ ਤਾਂ ਬਿਜ਼ਨਸ ਉਹਦਾ, ਪੈਸਾ ਉਹਦਾ, ਤੇ ਜੇ ਨੁਕਸਾਨ ਹੋ ਗਿਆ ਤਾਂ ਨੁਕਸਾਨ ਪਬਲਿਕ ਦਾ। ਸੋ ਇਹੀ ਹੋ ਰਿਹਾ ਹੈ ਜੋ ਹੁਣ ਵੀ ਹੋਇਆ ਹੈ ਕਿ ਜੇ ਉਹ ਬਿਜ਼ਨਸ ਚੱਲ ਜਾਂਦੇ, ਜੇ ਉਹ ਇੰਸਟੀਚਿਊਟਸ ਚੱਲ ਜਾਂਦੇ, ਤਾਂ ਉਹ ਬਿਜ਼ਨਸ ਉਹਨਾਂ ਦਾ, ਉਹ ਅਮੀਰ ਹੋ ਜਾਂਦੇ, ਤੇ ਜੇ ਨੁਕਸਾਨ ਹੋਇਆ ਤਾਂ ਨੁਕਸਾਨ ਪਬਲਿਕ ਦਾ। ਬਿਲਕੁਲ ਠੀਕ ਹੈ। ਸੋ ਇਹ ਸਿਸਟਮ ਨੂੰ ਤੁਸੀਂ ਕਰੈਕਟ ਕਿਵੇਂ ਕਰੋਗੇ ਤੁਹਾਡੇ ਹਿਸਾਬ ਨਾਲ? ਬੀਇੰਗ ਐਨ ਇਕਨੋਮਿਸਟ, ਤੁਹਾਡੇ ਹਿਸਾਬ ਨਾਲ ਬੈਂਕਿੰਗ ਸਿਸਟਮ ਨੂੰ ਕਿੱਦਾਂ ਦਾ ਹੋਣਾ ਚਾਹੀਦਾ? ਆਈਡੀਅਲ ਸਿਸਟਮ ਕਿੱਦਾਂ ਦਾ ਹੋਣਾ ਚਾਹੀਦਾ ਕਿ ਸਭ ਨੂੰ ਫਾਇਦਾ ਹੋਵੇ, ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਸਭ ਨੂੰ ਮੁਨਾਫਾ ਹੋਵੇ, ਔਰ ਆਈਡੀਅਲ ਹੋਵੇ, ਡਿਵੀਜ਼ਨ ਆਫ ਪ੍ਰੋਫਿਟ ਬਿਲਕੁਲ ਇਕੁਅਲ ਹੋਵੇ, ਨਾ ਬਰਾਬਰੀ ਬਿਲਕੁਲ ਨਾ ਹੋਵੇ। ਨੰਬਰ 1 ਮੋਨੀਟਰਿੰਗ ਸਰ, ਬਈ ਬੈਂਕਸ ਦੀ ਜਿਹੜੀ ਮੋਨੀਟਰਿੰਗ ਹੈ ਉਹ ਬੜੀ ਸਟ੍ਰਿਕਟ ਹੋਵੇ, ਪ੍ਰੋਪਰ ਹੋਵੇ। ਜਿਹੜਾ ਕੋਈ ਬੈਂਕ ਹੇਰਾਫੇਰੀ ਕਰਦਾ, ਔਰ ਜਿਹੜੇ ਲੋਕ ਹੇਰਾਫੇਰੀ ਕਰਦੇ ਨੇ, ਦੇ ਸ਼ੁੱਡ ਬੀ ਅਕਿਊਜ਼ਡ, ਦਾ ਅਕਿਊਜ਼ਡ ਸ਼ੁੱਡ ਬੀ ਪ੍ਰੋਪਰਲੀ ਪਨਿਸ਼ਡ। ਉਹਨਾਂ ਨੂੰ ਜੋ ਸਾਡੇ ਪ੍ਰਾਵਧਾਨ ਬਣੇ ਹੋਏ ਆ, ਜੋ ਸਾਡੀਆਂ ਪ੍ਰੋਵੀਜ਼ਨਸ ਨੇ, ਜੋ ਗਲਤ ਕੰਮ ਕਰਦਾ ਫੜਿਆ ਜਾਂਦਾ, ਉਹਨੂੰ ਉਹਨਾਂ ਦੇ ਹਿਸਾਬ ਦੇ ਨਾਲ ਸਜ਼ਾ ਹੋਵੇ। ਪਹਿਲੀ ਚੀਜ਼, ਸਾਨੂੰ ਉਹ ਡਰ ਜਿਹੜਾ ਉਹ ਇਨਕਲਕੇਟ ਕਰਨ ਦੀ ਜ਼ਰੂਰਤ ਹੈ। ਇਹ ਨਹੀਂ ਵੀ ਮੈਨੂੰ ਤਾਂ ਬੇਲ ਮਿਲ ਜਾਣੀ ਹੈ ਤਾਂ ਮੈਂ ਬਾਹਰ ਭੱਜ ਜਾਵਾਂਗਾ, ਤਾਂ ਮੇਰਾ ਕੀ, ਮੈਨੂੰ ਕਿਹੜਾ ਵਾਪਸ ਬੁਲਾ ਸਕਦੇ ਨੇ ਫਿਰ ਜੀ। ਤਾਂ ਪਹਿਲੀ ਚੀਜ਼ ਤਾਂ ਇਹ ਹੈ ਵੀ ਜਿਹੜੀ ਸਾਨੂੰ ਕਰਨ ਦੀ ਲੋੜ ਹੈ ਵੀ ਮੋਨੀਟਰਿੰਗ ਪ੍ਰੋਪਰ। ਦੂਜੀ ਜਿਹੜੀ ਚੀਜ਼ ਹੈ ਵੀ ਅਸੀਂ ਬੈਂਕਸ ਦਾ, ਉਸਦੇ ਬਾਵਜੂਦ ਅਗਰ ਕਿਤੇ ਕੋਈ ਜੈਨੂਇਨਲੀ ਕੋਈ ਬੈਂਕ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ, ਕੋਈ ਬੈਂਕ ਡੁੱਬਣ ਲੱਗਦਾ ਹੈ, ਤਾਂ ਉਸ ਦੇ ਲਈ ਪੈਸਾ ਲੋਕਾਂ ਦਾ ਨਹੀਂ ਉਤਾਰਨਾ। ਉਹਦੇ ਲਈ ਸਰਕਾਰ ਜਿਹੜਾ ਆਪ ਉਪਰਾਲਾ ਕਰੇ, ਸਰਕਾਰ ਨਵੇਂ ਨੋਟ ਛਾਪ ਕੇ ਭਾਵੇਂ ਉਸ ਬੈਂਕ ਦੀ ਜਿਹੜੀ ਕਮੀ ਉਹ ਪੂਰੀ ਕਰੇ, ਜਾਂ ਸਰਕਾਰ ਆਪ ਬੌਂਡ ਬਣਾਵੇ, ਬੌਂਡ ਵੇਚੇ, ਆਪਣੇ ਬੌਂਡ ਬਣਾ ਕੇ ਵੇਚੇ, ਤਾਂ ਕਿ ਉਸ ਬੈਂਕ ਦੇ ਲਈ ਪੈਸਾ ਅਰਜਿਤ ਕੀਤਾ ਜਾਵੇ। ਇਹ ਨਹੀਂ ਜਿਹੜਾ ਅਸੀਂ ਸੌਖਾ ਕੰਮ ਲੱਭਿਆ ਹੋਇਆ ਵੀ ਜੇ ਬੈਂਕ ਡੁੱਬ ਰਿਹਾ ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ, ਤੁਸੀਂ ਦੌੜੋ, ਅਸੀਂ ਪਿੱਛੇ ਪੈਸਾ ਜਿਹੜਾ ਹੈਗਾ ਟੈਕਸ ਪੇਅਰਸ ਦਾ ਉਹ ਪਿੱਛੇ ਕਰ ਲਾਂਗੇ। ਤਾਂ ਮੈਨੂੰ ਏਦਾਂ ਲੱਗਦਾ ਵੀ ਇਹ ਜਿਹੜੀਆਂ ਦੋ ਪੁਆਇੰਟਸ ਨੇ,
ਜੇ ਇਹਨਾਂ ਨੂੰ ਆਪਾਂ ਸ਼ਾਮਲ ਕਰਾਂਗੇ ਤਾਂ ਸਰਕਾਰ ਦੇ ਉੱਤੇ ਕੋਈ ਨਾ ਕੋਈ ਪ੍ਰੈਸ਼ਰ ਜ਼ਰੂਰ ਬਣੇਗਾ। ਜਿਹੜਾ ਹਜੇ ਉਹ ਪ੍ਰੈਸ਼ਰ ਮਿਸਿੰਗ ਹੈਗਾ, ਸਰਕਾਰ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ, ਸਰਕਾਰੀ ਜਿਹੜੇ ਬੰਦੇ ਨੇ ਉਹ ਫੜੇ ਨਹੀਂ ਜਾ ਰਹੇ, ਲੋਕ ਇੱਥੋਂ ਦੌੜ ਗਏ ਨੇ, ਹਿੰਦੁਸਤਾਨ ਚੋਂ ਇੰਨਾ ਪੈਸਾ ਕਰੋੜਾਂ ਦੀ ਠੱਗੀ ਮਾਰ ਕੇ ਲੋਕ ਦੌੜ ਚੁੱਕੇ ਨੇ। ਤਾਂ ਉਹ ਕਿਤੇ ਨਾ ਕਿਤੇ ਉਹਦੀ ਅਕਾਊਂਟੇਬਿਲਿਟੀ ਸਾਨੂੰ ਇਸਟੈਬਲਿਸ਼ ਕਰਨ ਦੀ ਲੋੜ ਹੈ। ਬਹੁਤ ਬਹੁਤ ਸ਼ੁਕਰੀਆ ਸਰ ਕਿ ਤੁਸੀਂ ਆਪਣੇ ਇਹ ਸਾਰੇ ਆਈਡੀਆਜ਼ ਸਾਡੇ ਨਾਲ ਸ਼ੇਅਰ ਕੀਤੇ ਨੇ, ਆਪਣਾ ਵਿਜ਼ਨ ਸਾਡੇ ਨਾਲ ਸ਼ੇਅਰ ਕੀਤਾ ਹੈ। ਥੈਂਕ ਯੂ ਸੋ ਮਚ। ਔਰ ਅਸੀਂ ਤੁਹਾਨੂੰ ਆਲ ਦਾ ਬੈਸਟ ਕਹਿੰਦੇ ਹਾਂ ਫਰੋਮ ਪੰਜਾਬ ਮੇਲ USA TV। ਹੋਰ ਅਪਡੇਟਸ ਦੇ ਲਈ ਇਸੇ ਤਰ੍ਹਾਂ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।